ओम शांति। आज सुनते हाँ 3 तारीख ਦੇ ਬਾਬਾ ਦੇ ਸਾਕਾਰ ਮਹਾਵਾਕਿਆ ਸ਼੍ਰੀ ਬਾਬਾ ਦੀ ਛਤਰ ਛਾਇਆ ਦਾ ਅਨੁਭਵ ਕਰਦੇ ਹੋਏ श्री बाबा ਦੇ महावाक सुनांगे। आज बाबा बोले, मीठे बच्चे, आत्मा रूपी बैटरी 84 ਮੋਟਰਾਂ ਵਿੱਚ ਜਾਣ ਦੇ ਕਾਰਨ ਡਲ ਹੋ ਗਈ ਹੈ। ਹੁਣ ਉਸ ਨੂੰ ਯਾਦ ਦੀ ਯਾਤਰਾ ਨਾਲ ਭਰਪੂਰ ਕਰੋ। ਪ੍ਰਸ਼ਨ ਹੈ, ਬਾਬਾ ਕਿੰਨਾ ਬੱਚਿਆਂ ਨੂੰ ਬਹੁਤ ਭਾਗਿਆਸ਼ਾਲੀ ਸਮਝਦੇ ਨੇ? ਉੱਤਰ, ਜਿਨ੍ਹਾਂ ਦੇ ਕੋਲ ਕੋਈ ਝੰਜਟ ਨਹੀਂ ਹੈ, ਜੋ ਨਿਰਬੰਧਨ ਨੇ, ਅਜਿਹੇ ਬੱਚਿਆਂ ਨੂੰ ਬਾਬਾ ਕਹਿੰਦੇ ਤੁਸੀਂ ਬਹੁਤ ਕਿਸਮਤ ਵਾਲੇ ਹੋ। ਤੁਸੀਂ ਯਾਦ ਵਿੱਚ ਰਹਿ ਕੇ ਆਪਣੀ ਬੈਟਰੀ ਫੁੱਲ ਕਰ ਸਕਦੇ ਹੋ। ਜੇਕਰ ਯੋਗ ਨਹੀਂ ਸਿਰਫ ਗਿਆਨ ਸੁਣਾਉਂਦੇ ਹੋ ਤਾਂ ਤੀਰ ਲੱਗ ਨਹੀਂ ਸਕਦਾ। ਭਾਵੇਂ ਕੋਈ ਕਿੰਨਾ ਵੀ ਭਬਕੇ ਨਾਲ ਆਪਣਾ ਅਨੁਭਵ ਸੁਣਾਏ, ਪਰ ਖੁਦ ਵਿੱਚ ਧਾਰਨਾ ਨਹੀਂ ਤਾਂ ਦਿਲ ਅੰਦਰ ਖਾਂਦਾ ਰਹੇਗਾ। ओम शांति। मिठे रूहानी बच्चों प्रति रूहानी बाप समझाते ने। रूहानी बाप का ना की है? शिव बाबा। वो है ही भगवान। बेहद का बाप मनुख नूं कदे बेहद का बाप या ईश्वर या भगवान नहीं कहा जा सकता। नाम भावें बहुतियां ने रखे हुए ने शिव, पर वो सारे ने देहधारी, इसलिए उन्होंने भगवान नहीं कहा जा सकता। ਇਹ ਬਾਪ ਬੈਠ ਬੱਚਿਆਂ ਨੂੰ ਸਾਰੀਆਂ ਗੱਲਾਂ ਸਮਝਾਉਂਦੇ ਨੇ ਕਿ ਮੈਂ ਜਿਸ ਤਨ ਵਿੱਚ ਪ੍ਰਵੇਸ਼ ਕੀਤਾ ਹੈ, ਇਹ ਉਹਨਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਤੁਸੀਂ ਬੱਚਿਆਂ ਤੋਂ ਵੀ ਕਈ ਪੁੱਛਦੇ ਨੇ, ਤੁਸੀਂ ਇਹਨਾਂ ਨੂੰ ਭਗਵਾਨ ਕਿਉਂ ਕਹਿੰਦੇ ਹੋ? ਬਾਪ ਪਹਿਲੇ ਤੋਂ ਹੀ ਸਮਝਾਉਂਦੇ ਨੇ, ਕੋਈ ਵੀ ਸਥੂਲ ਜਾਂ ਸੂਖਮ ਦੇਹਧਾਰੀ ਨੂੰ ਭਗਵਾਨ ਨਹੀਂ ਕਹਿ ਸਕਦੇ। ਸੂਖਮ ਦੇਹਧਾਰੀ ਸੂਖਮ ਵਤਨ ਵਾਸੀ ਹੀ ਠਹਿਰੇ, ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਉੱਚੇ ਤੇ ਉੱਚਾ ਇੱਕ ਭਗਵਾਨ ਹੈ, ਪਰਮ ਪਿਤਾ ਪਰਮਾਤਮਾ। ਉੱਚਾ ਤੇਰਾ ਨਾਮ, ਉੱਚਾ ਤੇਰਾ ਠਾਮ। ਉੱਚੇ ਤੇ ਉੱਚਾ ਉਸ ਦਾ ਨਾਂ ਹੈ, ਉੱਚੇ ਤੇ ਉਸ ਦਾ ਗਾਂਵ ਹੈ। ਬਾਪ ਸਾਰੀ ਆਤਮਾਵਾਂ ਸਹਿਤ ਉੱਥੇ ਹੀ ਨਿਵਾਸ ਕਰਦੇ ਨੇ। ਬੈਠਕ ਵੀ ਉੱਚੀ ਹੈ। ਅਸਲ ਵਿੱਚ ਕੋਈ ਬੈਠਣ ਦੀ ਜਗ੍ਹਾ ਨਹੀਂ ਹੈ। ਜਿਵੇਂ ਸਟਾਰ ਕਿੱਥੇ ਖੜੇ ਨੇ ਕਿ ਤੁਸੀਂ ਆਤਮਾਵਾਂ ਵੀ ਆਪਣੀ ਤਾਕਤ ਨਾਲ ਉੱਥੇ ਖੜੀਆਂ ਹੋ। ਤਾਕਤ ਐਵੇਂ ਮਿਲਦੀ ਹੈ ਜੋ ਉੱਥੇ ਜਾ ਕੇ ਖੜੇ ਹੁੰਦੇ ਹੋ। ਬਾਪ ਦਾ ਨਾਮ ਹੀ ਹੈ ਸਰਵ ਸ਼ਕਤੀਵਾਨ। ਉਹਨਾਂ ਤੋਂ ਸ਼ਕਤੀ ਮਿਲਦੀ ਹੈ। ਆਤਮਾ ਉਹਨਾਂ ਨੂੰ ਯਾਦ ਕਰਦੀ ਹੈ ਤਾਂ ਬੈਟਰੀ ਚਾਰਜ ਹੋ ਜਾਂਦੀ ਹੈ। ਜਿਵੇਂ ਮੋਟਰ ਵਿੱਚ ਬੈਟਰੀ ਹੁੰਦੀ ਹੈ ਨਾ, ਉਸ ਦੇ ਜ਼ੋਰ ਨਾਲ ਹੀ ਮੋਟਰ ਚੱਲਦੀ ਹੈ। ਬੈਟਰੀ ਵਿੱਚ ਕਰੰਟ ਭਰੀ ਹੋਈ ਹੁੰਦੀ ਹੈ, ਫਿਰ ਚਲਦੇ ਉਹ ਖਾਲੀ ਹੋ ਜਾਂਦੀ ਹੈ। ਫਿਰ ਬੈਟਰੀ ਨੂੰ ਮੇਨ ਪਾਵਰ ਨਾਲ ਚਾਰਜ ਕਰਕੇ ਮੋਟਰ ਵਿੱਚ ਪਾਉਂਦੇ ਨੇ। ਉਹ ਹੁੰਦੀਆਂ ਨੇ ਹੱਦ ਦੀਆਂ ਗੱਲਾਂ। ਇਹ ਹੈ ਬੇਹੱਦ ਦੀ ਗੱਲ। ਤੁਹਾਡੀ ਬੈਟਰੀ 5000 ਵਰੇ ਤੱਕ ਚੱਲਦੀ ਹੈ। ਚਲਦੇ ਫਿਰ ਢਿੱਲੀ ਹੋ ਜਾਂਦੀ ਹੈ। ਪਤਾ ਲੱਗਦਾ ਹੈ ਇੱਕਦਮ ਖਤਮ ਨਹੀਂ ਹੁੰਦੀ, ਕੁਝ ਨਾ ਕੁਝ ਰਹਿ ਜਾਂਦੀ ਹੈ। ਜਿਵੇਂ ਟਾਰਚ ਦੀ ਰੋਸ਼ਨੀ ਡਿਮ ਹੋ ਜਾਂਦੀ ਹੈ ਨਾ, ਆਤਮਾ ਤਾਂ ਹੈ ਇਸ ਸਰੀਰ ਦੀ ਬੈਟਰੀ, ਇਹ ਵੀ ਡਲ ਹੋ ਜਾਂਦੀ ਹੈ। ਬੈਟਰੀ ਇਸ ਸਰੀਰ ਤੋਂ ਨਿਕਲਦੀ ਹੈ, ਫਿਰ ਦੂਜੇ ਚ ਤੀਜੀ ਮੋਟਰ ਵਿੱਚ ਜਾ ਕੇ ਪੈਂਦੀ ਹੈ। 84 ਮੋਟਰਾਂ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ। ਹੁਣ ਬਾਪ ਕਹਿੰਦੇ ਨੇ ਤੁਸੀਂ ਕਿੰਨੇ ਡਲ ਹੈਡ ਪੱਥਰ ਬੁੱਧੀ ਬਣ ਗਏ ਹੋ। ਹੁਣ ਫਿਰ ਆਪਣੀ ਬੈਟਰੀ ਨੂੰ ਭਰੋ। ਸਿਵਾਏ ਬਾਪ ਦੇ ਯਾਦ ਦੀ ਯਾਤਰਾ ਆਤਮਾ ਕਦੇ ਪਵਿੱਤਰ ਨਹੀਂ ਹੋ ਸਕਦੀ। ਇੱਕ ਹੀ ਸਰਵ ਸ਼ਕਤੀਵਾਨ ਬਾਪ ਹੈ ਜਿਨ੍ਹਾਂ ਨਾਲ ਯੋਗ ਲਗਾਉਣਾ ਹੈ। ਬਾਪ ਆਪ ਬੈਠ ਕੇ ਆਪਣਾ ਪਰਿਚੈ ਦਿੰਦੇ ਹੈ। ਮੈਂ ਕੀ ਹਾਂ, ਕਿਵੇਂ ਦਾ ਹਾਂ, ਕਿਵੇਂ ਤੁਹਾਡੀ ਆਤਮਾ ਦੀ ਬੈਟਰੀ ਡਲ ਹੋ ਜਾਂਦੀ ਹੈ। ਹੁਣ ਤੁਹਾਨੂੰ ਰਾਏ ਦਿੰਦਾ ਹਾਂ, ਸਿਰਫ ਮੈਨੂੰ ਯਾਦ ਕਰੋ ਤਾਂ ਬੈਟਰੀ ਸਤੋ ਪ੍ਰਧਾਨ ਫਸਟ ਕਲਾਸ ਹੋ ਜਾਵੇਗੀ। ਪਵਿੱਤਰ ਬਣਨ ਨਾਲ ਆਤਮਾ 24 ਕੈਰਟ ਬਣ ਜਾਂਦੀ ਹੈ। ਹੁਣ ਤੁਸੀਂ ਮੁਲੰਮੇ ਦੇ ਬਣ ਗਏ ਹੋ। ਤਾਕਤ ਬਿਲਕੁਲ ਹੀ ਖਤਮ ਹੋ ਗਈ ਹੈ। ਉਹ ਸ਼ੋਭਾ ਹੀ ਨਹੀਂ ਰਹੀ। ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਨੇ, ਮੁੱਖ ਗੱਲ ਹੈ ਯੋਗ ਵਿੱਚ ਰਹਿਣਾ, ਪਵਿੱਤਰ ਬਣਨਾ, ਨਹੀਂ ਤਾਂ ਬੈਟਰੀ ਭਰੇਗੀ ਨਹੀਂ, ਯੋਗ ਲੱਗੇਗਾ ਨਹੀਂ। ਭਾਵੇਂ ਕੁੱਕੜ ਗਿਆਨੀ ਤਾਂ ਬਹੁਤ ਨੇ, ਗਿਆਨ ਭਾਵੇਂ ਦਿੰਦੇ ਨੇ, ਪਰ ਉਹ ਅਵਸਥਾ ਨਹੀਂ ਹੈ। ਇੱਥੇ ਬੜੇ ਭਬਕੇ ਨਾਲ ਆਪਣਾ ਅਨੁਭਵ ਸੁਣਾਉਂਦੇ ਨੇ, ਪਰ ਅੰਦਰ ਖਾਂਦਾ ਰਹਿੰਦਾ ਹੈ। ਮੈਂ ਜੋ ਵਰਣਨ ਕਰਦਾ ਹਾਂ ਐਵੇਂ ਦੀ ਅਵਸਥਾ ਹਾਲੇ ਮੇਰੀ ਤਾਂ ਹੈ ਨਹੀਂ।
ਕਈ ਫਿਰ ਯੋਗੀ ਤੂੰ ਆਤਮਾ ਬੱਚੇ ਵੀ ਨੇ। ਬਾਪ ਤਾਂ ਬੱਚਿਆਂ ਦੀ ਬਹੁਤ ਮਹਿਮਾ ਕਰਦੇ ਨੇ। ਬਾਬਾ ਕਹਿੰਦੇ ਬੱਚੇ ਤੁਸੀਂ ਤਾਂ ਬਹੁਤ ਭਾਗਿਆਸ਼ਾਲੀ ਹੋ, ਤੁਹਾਨੂੰ ਕੋਈ ਇੰਨੇ ਝੰਜਟ ਨਹੀਂ। ਜਿਨ੍ਹਾਂ ਨੂੰ ਜਾਸਤੀ ਬੱਚੇ ਹੁੰਦੇ ਨੇ ਉਹਨਾਂ ਨੂੰ ਬੰਧਨ ਵੀ ਜ਼ਿਆਦਾ ਹੁੰਦੇ ਨੇ। ਬਾਬਾ ਨੂੰ ਕਿੰਨੇ ਢੇਰ ਬੱਚੇ ਨੇ, ਸਭ ਦੀ ਸੰਭਾਲ ਦੇਖ ਰੇਖ ਕਰਨੀ ਪੈਂਦੀ ਹੈ। ਬਾਬਾ ਨੂੰ ਵੀ ਯਾਦ ਕਰਨਾ ਹੈ। ਮਾਸ਼ੂਕ ਦੀ ਯਾਦ ਤਾਂ ਬਿਲਕੁਲ ਪੱਕੀ ਹੋਣੀ ਚਾਹੀਦੀ ਹੈ। ਭਗਤੀ ਮਾਰਗ ਵਿੱਚ ਤੁਸੀਂ ਬਾਪ ਨੂੰ ਕਿੰਨਾ ਯਾਦ ਕਰਦੇ ਆਏ। ਹੇ ਭਗਵਾਨ, ਪੂਜਾ ਵੀ ਪਹਿਲੇ ਉਹਨਾਂ ਦੀ ਕਰਦੇ ਹੋ। ਪਹਿਲੇ ਨਿਰਾਕਾਰ ਭਗਵਾਨ ਦੀ ਕਰਦੇ ਸੀ। ਐਵੇਂ ਨਹੀਂ, ਉਸ ਸਮੇਂ ਤੁਸੀਂ ਆਤਮ ਅਭਿਮਾਨੀ ਬੰਦੇ ਹੋ। ਆਤਮ ਅਭਿਮਾਨੀ ਫਿਰ ਪੂਜਾ ਥੋੜੀ ਕਰਨਗੇ। ਬਾਪ ਸਮਝਾਉਂਦੇ ਨੇ ਪਹਿਲੇ ਭਗਤੀ ਸ਼ੁਰੂ ਹੁੰਦੀ ਹੈ ਤਾਂ ਇੱਕ ਬਾਪ ਦੀ ਹੀ ਪੂਜਾ ਕਰਦੇ ਨੇ, ਇੱਕ ਸ਼ਿਵ ਦੀ ਪੂਜਾ ਕਰਦੇ ਨੇ। ਯਥਾ ਰਾਜਾ ਰਾਣੀ ਤਥਾ ਪ੍ਰਜਾ, ਉੱਚੇ ਤੇ ਉੱਚਾ ਹੈ ਹੀ ਇੱਕ ਭਗਵਾਨ, ਉਹਨਾਂ ਨੂੰ ਹੀ ਯਾਦ ਕਰਨਾ ਹੈ। ਦੂਜੇ ਸਭ ਥੱਲੇ ਨੇ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ ਹੈ। ਉੱਚੇ ਤੇ ਉੱਚਾ ਇੱਕ ਬਾਪ ਹੈ, ਉਹਨਾਂ ਨੂੰ ਯਾਦ ਕਰਨਾ ਹੈ। ਪਰੰਤੂ ਡਰਾਮਾ ਦਾ ਪਾਰਟ ਅਜਿਹਾ ਹੈ ਜੋ ਤੁਸੀਂ ਉਤਰਨ ਦੇ ਲਈ ਵੀ ਬੰਨੇ ਹੋਏ ਹੋ। ਬਾਪ ਸਮਝਾਉਂਦੇ ਨੇ ਤੁਸੀਂ ਕਿਵੇਂ ਥੱਲੇ ਉਤਰਦੇ ਹੋ। ਹਰ ਗੱਲ ਆਦਿ ਤੋਂ ਅੰਤ ਤੱਕ, ਉੱਪਰ ਤੋਂ ਥੱਲੇ ਤੱਕ ਬਾਪ ਸਮਝਾਉਂਦੇ ਰਹਿੰਦੇ ਨੇ। ਭਗਤੀ ਵੀ ਪਹਿਲੇ ਸਤੋ ਪ੍ਰਧਾਨ ਫਿਰ ਸਤੋ ਰਜੋ ਤਮੋ ਹੁੰਦੀ ਹੈ। ਹੁਣ ਤੁਸੀਂ ਫਿਰ ਸਤੋ ਪ੍ਰਧਾਨ ਬਣ ਰਹੇ ਹੋ। ਇਸ ਵਿੱਚ ਹੀ ਮਿਹਨਤ ਹੈ। ਪਵਿੱਤਰ ਬਣਨਾ ਹੈ, ਆਪਣੇ ਆਪ ਨੂੰ ਵੇਖਣਾ ਹੈ। ਮਾਇਆ ਕਿਤੇ ਧੋਖਾ ਤਾਂ ਨਹੀਂ ਦਿੰਦੀ, ਮੇਰੀ ਕ੍ਰਿਮੀਨਲ ਆਈ ਤਾਂ ਨਹੀਂ ਬਣਦੀ, ਕੋਈ ਪਾਪ ਦਾ ਖਿਆਲ ਤਾਂ ਨਹੀਂ ਆਂਦਾ। ਗਾਇਨ ਹੈ ਪ੍ਰਜਾਪਿਤਾ ਬ੍ਰਹਮਾ ਤਾਂ ਉਹਨਾਂ ਦੀ ਸੰਤਾਨ ਬ੍ਰਾਹਮਣ ਬ੍ਰਾਹਮਣੀਆਂ ਭੈਣ ਭਰਾ ਠਹਿਰੇ ਨਾ। ਇੱਥੋਂ ਦੇ ਬ੍ਰਾਹਮਣ ਲੋਕ ਵੀ ਆਪਣੇ ਆਪ ਨੂੰ ਬ੍ਰਹਮਾ ਦੀ ਔਲਾਦ ਕਹਿਲਾਉਂਦੇ ਨੇ। ਤੁਸੀਂ ਵੀ ਬ੍ਰਾਹਮਣ ਭਰਾ ਭੈਣ ਹੋ ਨਾ, ਫਿਰ ਵਿਕਾਰੀ ਦ੍ਰਿਸ਼ਟੀ ਕਿਉਂ ਰੱਖਦੇ ਹੋ। ਬ੍ਰਾਹਮਣਾਂ ਨੂੰ ਤੁਸੀਂ ਚੰਗੀ ਤਰ੍ਹਾਂ ਦ੍ਰਿਸ਼ਟੀ ਦੇ ਸਕਦੇ ਹੋ। ਹੁਣ ਤੁਸੀਂ ਬੱਚੇ ਜਾਣਦੇ ਹੋ, ਬ੍ਰਹਮਾ ਦੀ ਸੰਤਾਨ ਬ੍ਰਾਹਮਣ ਬ੍ਰਾਹਮਣੀ ਬਣ ਕੇ ਫਿਰ ਅਸੀਂ ਦੇਵਤਾ ਬਣਦੇ ਹਾਂ। ਕਹਿੰਦੇ ਵੀ ਨੇ ਨਾ ਕਿ ਬਾਪ ਆ ਕੇ ਬ੍ਰਾਹਮਣ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦੇ ਨੇ। ਇਹ ਸਾਰੀ ਸਮਝਣ ਦੀਆਂ ਗੱਲਾਂ ਹੈ ਨਾ। ਅਸੀਂ ਬ੍ਰਹਮਾ ਦੀ ਸੰਤਾਨ ਭਰਾ ਭੈਣ ਹੋ ਗਏ ਤਾਂ ਕੁਦ੍ਰਿਸ਼ਟੀ ਕਦੇ ਨਹੀਂ ਜਾਣੀ ਚਾਹੀਦੀ। ਉਹਨਾਂ ਨੂੰ ਰੋਕਣਾ ਹੈ। ਇਹੀ ਸਾਡੀ ਮਿੱਠੀ ਭੈਣ ਹੈ। ਉਹ ਲਵ ਰਹਿਣਾ ਚਾਹੀਦਾ ਹੈ, ਜਿਵੇਂ ਬਲੱਡ ਕਨੈਕਸ਼ਨ ਵਿੱਚ ਲਵ ਰਹਿੰਦਾ ਹੈ ਨਾ। ਉਹ ਬਦਲ ਕੇ ਹੁਣ ਰੂਹਾਨੀ ਬਣ ਜਾਵੇ। ਇਸ ਵਿੱਚ ਬਹੁਤ ਮਿਹਨਤ ਹੈ ਵੀ ਸਹਿਜ ਯਾਦ। ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖ ਸਕਦੇ। ਬਾਬਾ ਨੇ ਸਮਝਾਇਆ ਇਹ ਅੱਖਾਂ ਬੜੀਆਂ ਧੋਖਾ ਦੇਣ ਵਾਲੀਆਂ ਨੇ, ਇਹਨਾਂ ਨੂੰ ਬਦਲਣਾ ਹੈ। ਅਸੀਂ ਆਤਮਾ ਹਾਂ, ਹੁਣ ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ, ਅਡਾਪਟ ਕੀਤੇ ਹੋਏ ਭੈਣ ਭਰਾ ਹਾਂ। ਅਸੀਂ ਆਪਣੇ ਆਪ ਨੂੰ ਬੀਕੇ ਕਹਿਲਾਉਂਦੇ ਹਾਂ। ਚਲਨ ਵਿੱਚ ਫਰਕ ਤਾਂ ਰਹਿੰਦਾ ਹੈ ਨਾ। ਟੀਚਰਸ ਦਾ ਕੰਮ ਹੈ ਕਲਾਸ ਵਿੱਚੋਂ ਸਭ ਤੋਂ ਪੁੱਛਣਾ ਕਿ ਤੁਸੀਂ ਸਮਝਦੇ ਹੋ। ਸਾਡੇ ਭਰਾ ਭੈਣ ਦੀ ਦ੍ਰਿਸ਼ਟੀ ਰਹਿੰਦੀ ਹੈ ਜਾਂ ਫਿਰ ਚੰਚਲਤਾ ਚਲਦੀ ਹੈ। ਸੱਚੇ ਬਾਪ ਦੇ ਅੱਗੇ ਸੱਚ ਨਾ ਦੱਸਿਆ, ਝੂਠ ਬੋਲਿਆ ਤਾਂ ਬਹੁਤ ਦੰਡ ਪੈ ਜਾਵੇਗਾ। ਕੋਰਟ ਵਿੱਚ ਕਸਮ ਉਠਾਉਂਦੇ ਨੇ ਨਾ, ਸੱਚੇ ਈਸ਼ਵਰ ਬਾਪ ਦੇ ਅੱਗੇ ਸੱਚ ਕਹਿਣਗੇ। ਸੱਚੇ ਬਾਪ ਦਾ ਬੱਚਾ ਸੱਚਾ ਹੋਵੇਗਾ। ਬਾਪ ਟਰੁੱਥ ਹੈ ਨਾ, ਉਹ ਸੱਚ ਹੀ ਦੱਸਦੇ ਨੇ। ਬਾਕੀ ਸਭ ਨੇ ਗਪੋੜੇ। ਸ਼੍ਰੀ 108 ਆਪਣੇ ਆਪ ਨੂੰ ਕਹਾਉਂਦੇ ਨੇ। ਅਸਲ ਵਿੱਚ ਇਹ ਤਾਂ ਮਾਲਾ ਹੈ ਜੋ ਸਿਮਰਦੇ ਨੇ। ਇਹ ਵੀ ਜਾਣਦੇ ਨਹੀਂ ਅਸੀਂ ਕਿਉਂ ਸਿਮਰਦੇ ਹਾਂ। ਬੋਧੀਆਂ ਦੀ ਵੀ ਕ੍ਰਿਸਚਨ ਦੀ ਵੀ ਮਾਲਾ ਹੁੰਦੀ ਹੈ। ਹਰ ਇੱਕ ਆਪਣੇ ਢੰਗ ਨਾਲ ਮਾਲਾ ਫੇਰਦੇ ਨੇ। ਤੁਹਾਨੂੰ ਬੱਚਿਆਂ ਨੂੰ ਹੁਣ ਗਿਆਨ ਮਿਲਿਆ ਹੋਇਆ ਹੈ। ਬੋਲੋ 108 ਦੀ ਜੋ ਮਾਲਾ ਹੈ ਉਸ ਵਿੱਚ ਫੁੱਲ ਤਾਂ ਹੈ ਨਿਰਾਕਾਰ। ਉਹਨਾਂ ਨੂੰ ਸਭ ਯਾਦ ਕਰਦੇ ਨੇ। ਉਹਨਾਂ ਦੀ ਯਾਦ ਨਾਲ ਹੀ ਅਸੀਂ ਸਵਰਗ ਦੀ ਪਟਰਾਣੀ ਮਤਲਬ ਮਹਾਰਾਣੀ ਬਣਦੇ ਹਾਂ। ਨਰ ਤੋਂ ਨਾਰਾਇਣ, ਨਾਰੀ ਤੋਂ ਲక్ష్ਮੀ ਬਣਨਾ ਇਹ ਹੈ। ਸੂਰਜਵੰਸ਼ੀ ਮਖਮਲ ਦੀ ਪਟਰਾਣੀ ਬਣਨਾ ਫਿਰ ਖਾਦੀ ਦੀ ਹੋ ਜਾਂਦੀ ਹੈ। ਅਜਿਹੀ ਪੁਆਇੰਟਸ ਬੁੱਧੀ ਵਿੱਚ ਰੱਖ ਫਿਰ ਸਮਝਾਉਣੀ ਚਾਹੀਦੀ ਹੈ। ਫਿਰ ਤੁਹਾਡਾ ਨਾਂ ਬਹੁਤ ਬਾਲਾ ਹੋ ਜਾਵੇਗਾ। ਗੱਲ ਕਰਨ ਵਿੱਚ ਸ਼ੇਰਨੀ ਬਣੋ। ਤੁਸੀਂ ਸ਼ਿਵ ਸ਼ਕਤੀ ਸੇਨਾ ਹੋਣਾ। ਅਨੇਕ ਤਰ੍ਹਾਂ ਦੀਆਂ ਸੇਨਾਵਾਂ ਨੇ ਨਾ, ਉੱਥੇ ਵੀ ਤੁਸੀਂ ਜਾ ਕੇ ਵੇਖੋ ਕੀ ਸਿਖਾਉਂਦੇ ਨੇ।
ਅਨੇਕ ਤਰ੍ਹਾਂ ਦੀਆਂ ਸੇਨਾਵਾਂ ਨੇ ਨਾ, ਉੱਥੇ ਵੀ ਜਾ ਕੇ ਵੇਖੋ ਕੀ ਸਿਖਾਉਂਦੇ ਨੇ। ਲੱਖਾਂ ਮਨੁੱਖ ਜਾਂਦੇ ਨੇ। ਬਾਬਾ ਨੇ ਸਮਝਾਇਆ, ਕ੍ਰਿਮੀਨਲ ਲਾਈਫ ਬਹੁਤ ਧੋਖਾ ਦੇਣ ਵਾਲੀ ਹੈ। ਆਪਣੀ ਅਵਸਥਾ ਦਾ ਵਰਣਨ ਕਰਨਾ ਚਾਹੀਦਾ ਹੈ, ਅਨੁਭਵ ਸੁਣਾਉਣਾ ਚਾਹੀਦਾ ਹੈ। ਅਸੀਂ ਘਰ ਵਿੱਚ ਕਿਵੇਂ ਰਹਿੰਦੇ ਹਾਂ, ਅਵਸਥਾ ਵਿੱਚ ਕੀ ਅਸਰ ਪੈਂਦਾ ਹੈ। ਡਾਇਰੀ ਰੱਖੋ, ਕਿੰਨਾ ਸਮਾਂ ਇਸ ਅਵਸਥਾ ਵਿੱਚ ਰਹਿੰਦਾ ਹਾਂ। ਬਾਪ ਸਮਝਾਉਂਦੇ ਨੇ, ਰੁਸਤਮ ਨਾਲ ਮਾਇਆ ਵੀ ਰੁਸਤਮ ਹੋ ਕੇ ਲੜਦੀ ਹੈ। ਯੁੱਧ ਦਾ ਮੈਦਾਨ ਹੈ ਨਾ, ਮਾਇਆ ਬੜੀ ਬਲਵਾਨ ਹੈ। ਮਾਇਆ ਮਤਲਬ 5 ਵਿਕਾਰ। ਧਨ ਨੂੰ ਸੰਪत्ति ਕਿਹਾ ਜਾਂਦਾ। ਜਿਨ੍ਹਾਂ ਦੇ ਕੋਲ ਜ਼ਿਆਦਾ ਸੰਪत्ति ਹੁੰਦੀ ਹੈ, ਅਜਾਮਿਲ ਵੀ ਜ਼ਿਆਦਾ ਉਹੀ ਬੰਦੇ ਨੇ। ਬਾਪ ਕਹਿੰਦੇ ਨੇ, ਬੱਚੇ ਪਹਿਲੇ ਪਹਿਲੇ ਤੁਸੀਂ ਵੇਸ਼ਿਆਵਾਂ ਨੂੰ ਜਾ ਕੇ ਬਚਾਵੋ, ਤਾਂ ਫਿਰ ਉਹ ਆਪਣੀ ਐਸੋਸੀਏਸ਼ਨ ਬਣਾਉਣਗੀਆਂ ਕਿ ਸਾਨੂੰ ਤਾਂ ਬਾਪ ਤੋਂ ਵਰਸਾ ਲੈਣਾ ਹੈ। ਬਾਪ ਕਹਿੰਦੇ ਨੇ, ਮੈਂ ਤੁਹਾਨੂੰ ਸ਼ਿਵਾਲਿਆ ਦਾ ਮਾਲਿਕ ਬਣਾਉਣ ਆਇਆ ਹਾਂ। ਇਹ ਅੰਤਮ ਜਨਮ ਹੈ। ਵੇਸ਼ਿਆਵਾਂ ਨੂੰ ਜਾ ਕੇ ਸਮਝਾਉਣਾ ਚਾਹੀਦਾ ਹੈ ਕਿ ਤੁਹਾਡੇ ਨਾਂ ਦੇ ਕਾਰਨ ਹੀ ਭਾਰਤ ਦੀ ਇੰਨੀ ਆਬਰੂ ਗਈ। ਹੁਣ ਬਾਪ ਆਏ ਨੇ ਸ਼ਿਵਾਲਿਆ ਵਿੱਚ ਲਿਜਾਣ ਦੇ ਲਈ। ਅਸੀਂ ਸ਼੍ਰੀਮਤ ਤੇ ਆਏ ਹਾਂ ਤੁਹਾਡੇ ਕੋਲ। ਹੁਣ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਓ, ਭਾਰਤ ਦਾ ਨਾਮ ਬਾਲਾ ਕਰੋ। ਸਾਡੇ ਮੁਆਫਿਕ ਅਸੀਂ ਵੀ ਬਾਪ ਨੂੰ ਯਾਦ ਕਰਕੇ ਪਵਿੱਤਰ ਬਣ ਰਹੇ ਹਾਂ। ਤੁਸੀਂ ਵੀ ਇੱਕ ਜਨਮ ਛੀਛੀ ਕੰਮ ਛੱਡ ਦਿਓ, ਰਹਿਮ ਤੇ ਕਰਨਾ ਹੈ ਨਾ, ਫਿਰ ਤੁਹਾਡਾ ਨਾਂ ਵੀ ਬਾਲਾ ਹੋ ਜਾਏਗਾ। ਕਹਿਣਗੀਆਂ, ਇਹਨਾਂ ਵਿੱਚ ਤਾਂ ਅਜਿਹੀ ਤਾਕਤ ਹੋ ਜੋ ਅਜਿਹਾ ਧੰਦਾ ਇਹਨਾਂ ਤੋਂ ਛੁਡਾ ਦਿੱਤਾ। ਸਭ ਦੀ ਐਸੋਸੀਏਸ਼ਨ ਹੈ, ਤੁਸੀਂ ਆਪਣੀ ਐਸੋਸੀਏਸ਼ਨ ਬਣਾ ਕੇ ਗਵਰਨਮੈਂਟ ਤੋਂ ਜੋ ਚਾਹੋ ਮਦਦ ਲੈ ਸਕਦੀ ਹੋ। ਤਾਂ ਅਜਿਹੇ ਛੀਛੀ ਜਿਨ੍ਹਾਂ ਨੇ ਭਾਰਤ ਦਾ ਨਾਂ ਬਦਨਾਮ ਕੀਤਾ, ਉਹਨਾਂ ਦੀ ਸੇਵਾ ਕਰੋ। ਤੁਹਾਡੀ ਵੀ ਯੂਨੀਅਨ ਬਹੁਤ ਪੱਕੀ ਹੋਣੀ ਚਾਹੀਦੀ ਹੈ, ਜੋ 10-12 ਆਪਸ ਵਿੱਚ ਮਿਲ ਕੇ ਜਾ ਕੇ ਸਮਝਾਵਣ। ਮਾਤਾਵਾਂ ਵੀ ਚੰਗੀਆਂ ਹੋਣ, ਕੋਈ ਨਵਾਂ ਯੁਗਲ ਹੋਵੇ, ਬੋਲੋ ਅਸੀਂ ਪਵਿੱਤਰ ਰਹਿੰਦੇ ਹਾਂ। ਪਵਿੱਤਰ ਰਹਿਣ ਨਾਲ ਹੀ ਵਿਸ਼ਵ ਦੇ ਮਾਲਿਕ ਬਣਦੇ ਹਾਂ, ਤਾਂ ਕਿਉਂ ਨਹੀਂ ਤੁਸੀਂ ਵੀ ਪਵਿੱਤਰ ਬਣੋ। ਸਾਰਾ ਝੁੰਡ ਦਾ ਝੁੰਡ ਜਾਵੇ। ਬੜੀ ਨਮਰਤਾ ਨਾਲ ਜਾ ਕੇ ਕਹਿਣਾ ਚਾਹੀਦਾ ਹੈ, ਅਸੀਂ ਤੁਹਾਨੂੰ ਪਰਮ ਪਿਤਾ ਪਰਮਾਤਮਾ ਦਾ ਪੈਗਾਮ ਦੇਣ ਆਏ ਹਾਂ। ਹੁਣ ਵਿਨਾਸ਼ ਸਾਹਮਣੇ ਖੜਾ ਹੈ। ਬਾਪ ਕਹਿੰਦੇ ਨੇ, ਮੈਂ ਸਭ ਦਾ ਉद्धार ਕਰਨ ਆਇਆ ਹਾਂ। ਤੁਸੀਂ ਵੀ ਇਸ ਇੱਕ ਜਨਮ ਵਿਕਾਰ ਵਿੱਚ ਨਾ ਜਾਓ। ਤੁਸੀਂ ਸਮਝਾ ਸਕਦੇ ਹੋ, ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਆਪਣੇ ਤਨ ਮਨ ਧਨ ਨਾਲ ਸਰਵਿਸ ਕਰਦੇ ਹਾਂ। ਅਸੀਂ ਭੀਖ ਨਹੀਂ ਮੰਗਦੇ, ਈਸ਼ਵਰ ਦੇ ਬੱਚੇ ਹਾਂ। ਅਜਿਹੇ ਪਲਾਨ ਬਣਾਓ, ਐਵੇਂ ਨਹੀਂ ਕਿ ਤੁਸੀਂ ਮਦਦ ਨਹੀਂ ਕਰ ਸਕਦੇ ਹੋ। ਅਜਿਹਾ ਕੰਮ ਕਰੋ ਜਿਸ ਨਾਲ ਵਾਹ ਹੋਵੇ। ਹਜ਼ਾਰਾਂ ਮਦਦ ਦੇਣ ਵਾਲੇ ਨਿਕਲ ਆਣਗੇ। ਇਹ ਆਪਣਾ ਸੰਗਠਨ ਬਣਾਓ, ਮੁੱਖ ਨੂੰ ਚੁਣੋ, ਸੈਮੀਨਾਰ ਕਰੋ। ਬੱਚਿਆਂ ਨੂੰ ਸੰਭਾਲਣ ਵਾਲੇ ਤਾਂ ਬਹੁਤ ਨਿਕਲ ਸਕਦੇ ਨੇ। ਤੁਸੀਂ ਈਸ਼ਵਰੀ ਸਰਵਿਸ ਵਿੱਚ ਲੱਗ ਜਾਓ। ਅਜਿਹੀ ਫਰਾਕ ਦਿਲੀ ਹੋਣੀ ਚਾਹੀਦੀ ਹੈ ਜੋ ਝੱਟ ਸਰਵਿਸ ਤੋਂ ਨਿਕਲ ਪੈਣ। ਇੱਕ ਪਾਸੇ ਸਰਵਿਸ, ਦੂਜੇ ਪਾਸੇ ਗੀਤਾ ਦੀ ਗੱਲ। ਇਹਨਾਂ ਗੱਲਾਂ ਨੂੰ ਮਿਲ ਕੇ ਉਠਾਓ। ਤੁਸੀਂ ਪੜ੍ਹਦੇ ਹੋ ਲਕਸ਼ਮੀ ਨਾਰਾਇਣ ਬਣਨ ਦੇ ਲਈ, ਤੇ ਇੱਥੇ ਤੁਸੀਂ ਬੱਚਿਆਂ ਦਾ ਆਪਸ ਵਿੱਚ ਮਤਭੇਦ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਗੱਲ ਬਾਪ ਤੋਂ ਛਿਪਾਉਂਦੇ ਹੋ, ਸੱਚ ਨਹੀਂ ਦੱਸਦੇ ਹੋ, ਤਾਂ ਵੀ ਆਪਣਾ ਹੀ ਨੁਕਸਾਨ ਕਰਦੇ ਹੋ। ਹੋਰ ਵੀ 100 ਗੁਣਾ ਪਾਪ ਚੜ ਜਾਂਦਾ ਹੈ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ। ਪਹਿਲੀ ਧਾਰਨਾ ਹੈ, ਅਸੀਂ ਮਿੱਠੇ ਬਾਪ ਦੇ ਬੱਚੇ ਹਾਂ। ਆਪਸ ਵਿੱਚ ਮਿੱਠੇ ਭਾਈ ਭੈਣ ਹੋ ਕੇ ਰਹਿਣਾ ਹੈ। ਕਦੇ ਵੀ ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖਣੀ ਹੈ। ਦ੍ਰਿਸ਼ਟੀ ਵਿੱਚ ਕੋਈ ਵੀ ਚੰਚਲਤਾ ਹੋਵੇ ਤਾਂ ਰੂਹਾਨੀ ਸਰਜਨ ਨੂੰ ਸੱਚ ਦੱਸਣਾ ਹੈ। ਦੂਜਾ, ਕਦੇ ਵੀ ਕਿਸੇ ਤਰ੍ਹਾਂ ਦੇ ਮਤਭੇਦ ਵਿੱਚ ਨਹੀਂ ਹੋਣਾ ਹੈ। ਫਰਾਕ ਦਿਲ ਬਣ ਸਰਵਿਸ ਕਰਨੀ ਹੈ। ਆਪਣੇ ਤਨ ਮਨ ਧਨ ਨਾਲ ਬਹੁਤ ਨਿਮਰਤਾ ਨਾਲ ਸੇਵਾ ਕਰ ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਵਰਦਾਨ ਹੈ, ਆਪਣੀ ਸ੍ਰੇਸ਼ਟ ਜੀਵਨ ਦੁਆਰਾ ਪਰਮਾਤਮ ਗਿਆਨ ਦਾ ਪ੍ਰਤੱਖ ਪ੍ਰੂਫ ਦੇਣ ਵਾਲੇ ਮਾਇਆ ਪ੍ਰੂਫ ਭਵ। ਆਪਣੀ ਸ੍ਰੇਸ਼ਟ ਜੀਵਨ ਦੁਆਰਾ ਪਰਮਾਤਮ ਗਿਆਨ ਦਾ ਪ੍ਰਤੱਖ ਪ੍ਰੂਫ ਦੇਣ ਵਾਲੇ
ਮਾਇਆ ਪ੍ਰੂਫ ਭਵ। ਆਪਣੇ ਆਪ ਨੂੰ ਪਰਮਾਤਮ ਗਿਆਨ ਦਾ ਪ੍ਰਤੱਖ ਪ੍ਰਮਾਣ ਜਾਂ ਪ੍ਰੂਫ ਸਮਝਣ ਨਾਲ ਮਾਇਆ ਪ੍ਰੂਫ ਬਣ ਜਾਓਗੇ। ਪ੍ਰਤੱਖ ਪ੍ਰੂਫ ਹੈ ਤੁਹਾਡੀ ਸ੍ਰੇਸ਼ਟ ਪਵਿੱਤਰ ਜੀਵਨ। ਸਭ ਤੋਂ ਵੱਡੀ ਅਸੰਭਵ ਤੋਂ ਸੰਭਵ ਹੋਣ ਵਾਲੀ ਗੱਲ ਪ੍ਰਵਿਰਤੀ ਵਿੱਚ ਰਹਿੰਦੇ ਪਰਵਿਰਤੀ ਵਿੱਚ ਰਹਿਣਾ। ਦੇਹ ਦੀ ਦੁਨੀਆ, ਦੇਹ ਦੇ ਸੰਬੰਧਾਂ ਤੋਂ ਪਰ ਰਹਿਣਾ, ਨਿਆਰਾ ਰਹਿਣਾ। ਆਪਣੇ ਸਰੀਰ ਦੀਆਂ ਅੱਖਾਂ ਤੋਂ ਪੁਰਾਣੀ ਦੁਨੀਆ ਦੀਆਂ ਚੀਜ਼ਾਂ ਨੂੰ ਵੇਖਦੇ ਹੋਏ ਨਾ ਵੇਖਣਾ, ਮਤਲਬ ਸੰਪੂਰਨ ਪਵਿੱਤਰ ਜੀਵਨ ਵਿੱਚ ਚੱਲਣਾ। ਇਹੀ ਪਰਮਾਤਮਾ ਨੂੰ ਪ੍ਰਤੱਖ ਕਰਨ ਤੇ ਮਾਇਆ ਪ੍ਰੂਫ ਬਣਨ ਦਾ ਸਹਿਜ ਸਾਧਨ ਹੈ। ਸਲੋਗਨ ਹੈ, ਅਟੈਂਸ਼ਨ ਰੂਪੀ ਪਹਿਰੇਦਾਰ ਠੀਕ ਹੈ ਤਾਂ ਅਤੀ ਇੰਦਰੀਏ ਸੁਖ ਦਾ ਖਜ਼ਾਨਾ ਕਦੇ ਗਵਾਚ ਨਹੀਂ ਸਕਦਾ। ਅਟੈਂਸ਼ਨ ਰੂਪੀ ਪਹਿਰੇਦਾਰ ਠੀਕ ਹੈ ਤਾਂ ਅਤੀ ਇੰਦਰੀਏ ਸੁਖ ਦਾ ਖਜ਼ਾਨਾ ਕਦੇ ਗਵਾਚ ਨਹੀਂ ਸਕਦਾ। ਅੱਛਾ, ਓਮ ਸ਼ਾਂਤੀ।